मैनू ਇੱਥੋਂ ਤੱਕ ਦਬਾ ਦਿੱਤਾ ਸੀ ਕਿ ਮੈਂ ਉਤਾਂ ਨਜ਼ਰ ਵੀ ਨਹੀਂ ਚੁੱਕ ਸਕਦਾ ਸੀ। ਮੇਰੇ ਬੁਰੇ ਕੰਮ ਮੇਰੇ ਸਿਰ ਦੇ ਵਾਲਾਂ ਤੋਂ ਵੀ ਅਧਿਕ ਸੀ। ਮੈਂ ਪਾਗਲ ਹੋ ਉੱਠਿਆ, ਮੈਂ ਪਾਗਲ ਹੋ ਉੱਠਿਆ। ਹਰ ਪਾਸੇ ਮੈਂ ਜਦੋਂ ਦੇਖਦਾ, ਔਰ ਧੰਨ ਆ ਉਹ ਮਨੁੱਖ ਜਿਸ ਨੂੰ ਇਸ ਚੀਜ਼ ਦੀ ਸਮਝ ਆ ਗਈ। ਧੰਨ ਆ ਉਹ ਮਨੁੱਖ ਜਿਹੜਾ ਆਪਣੇ ਵੱਲ ਨੂੰ ਇਹਨਾਂ ਅੱਖਾਂ ਨੂੰ ਘੁਮਾ ਕੇ ਅੰਦਰ ਨੂੰ ਦੇਖਦਾ ਕਿ ਮੇਰਾ ਹਾਲ ਕੀ ਆ। ਕਿਸੇ ਦੀ ਬੁਰਾਈ ਹਮੇਸ਼ਾ ਦੇਖੋ, ਜਿਸ ਲਈ ਕੋਈ ਪੁੱਛਿਆ ਜਾਵੇ ਨਾ ਕਿਸੇ ਬੰਦੇ ਦੇ, ਤੁਸੀਂ ਲੋਕ ਚੁਗਲੀਆਂ ਕਰਦੇ ਕਦੀ ਸੁਣਿਓ, ਜਿਸ ਵੇਲੇ ਵੀ ਉਹ ਗੱਲਾਂ ਕਰਦੇ ਹੁੰਦੇ ਔਰ ਜਿਸ ਵੇਲੇ ਕਿਸੇ ਬੰਦੇ ਦੀ ਗੱਲ ਚੱਲਦੀ ਹੁੰਦੀ ਜਿਹੜਾ ਉੱਥੇ ਨਹੀਂ ਗਾ, ਜਿਹੜਾ ਉੱਥੇ ਨਹੀਂ ਗਾ, ਫਿਰ ਉਹਨੂੰ ਚੰਗੀ ਤਰ੍ਹਾਂ ਧੋਤਾ ਜਾਂਦਾ। ਉਹਦੇ ਵਿੱਚ ਆਹ ਬੁਰਾਈ ਆ, ਉਹਦੇ ਵਿੱਚ ਆਹ ਬੁਰਾਈ ਆ, ਉਸ ਦੇ ਵਿੱਚ ਆਹ ਬੁਰਾਈ ਆ, ਔਰ ਉਸ ਦੇ ਵਿੱਚ ਆਹ ਬੁਰਾਈ ਆ। ਪਰ ਅਗਰ ਤੁਸੀਂ ਉਸ ਬੰਦੇ ਨੂੰ ਇੱਕ ਛੋਟਾ ਜਿਹਾ ਸਵਾਲ ਪੁੱਛੋ, ਤੇਰੇ 'ਚ ਕਿਹੜੀ ਬੁਰਾਈ ਆ, ਤੇਰੇ ਆਪਣੇ 'ਚ ਕਿਹੜੀ ਬੁਰਾਈ ਆ, ਉਹ ਦਿਖਾਈ ਨਹੀਂ ਦਿੰਦੀ, ਉਹ ਦਿਖਾਈ ਨਹੀਂ ਦਿੰਦੀ। ਲੇਕਿਨ ਇਹ ਪ੍ਰਭੂ ਦਾ ਬੰਦਾ ਦਾਊਦ ਰਾਜਾ ਆ, ਸਭ ਕੁਝ ਛੁਪਾ ਸਕਦਾ। ਆਲੇ ਦੁਆਲੇ ਤਾਰੀਫਾਂ ਕਰਨ ਵਾਲੇ ਬਥੇਰੇ ਆ, ਬਥੇਰੇ ਆਲੇ ਦੁਆਲੇ ਤਾਰੀਫਾਂ ਕਰਨ ਵਾਲੇ। ਲੇਕਿਨ ਜਿਸਲੇ ਪ੍ਰਭੂ ਦੇ ਵਿੱਚ ਔਰ ਉਸ ਆਪਣੇ ਵਿੱਚ ਉਹ ਦੇਖਦਾ ਪਿਆ ਤੇ ਉਸ ਨੂੰ ਉਹ ਬੁਰਾਈ ਦਾ ਢੇਰ ਦਿਖਾਈ ਦਿੰਦਾ ਪਿਆ। ਕਿਹੜੇ? ਦੇਖੋ, ਸਭ ਤੋਂ ਪਹਿਲਾਂ ਉਸਨੇ ਕਿਹਾ, ਅਣਗਿਣਤ ਬੁਰਾਈਆਂ ਨੇ ਮੈਨੂੰ ਘੇਰ ਰੱਖਿਆ ਹੈ। ਮੇਰੇ ਕੁਕਰਮ, ਜਾਣੀ ਕੁਕਰਮ ਜਿਹੜੇ ਮੇਰੇ ਆਪਣੇ ਪੁੱਠੇ ਕੰਮ, ਉਹਨਾਂ ਨੇ ਮੈਨੂੰ ਦਬਾ ਦਿੱਤਾ ਹੈ। ਮੈਂ ਉਤਾਂ ਨਜ਼ਰ ਵੀ ਨਹੀਂ ਚੁੱਕ ਸਕਦਾ ਹਾਂ। ਮੇਰੇ ਬੁਰੇ ਕੰਮ ਮੇਰੇ ਬਾਲਾਂ ਤੋਂ ਵੀ ਅਧਿਕ ਹਨ ਅਤੇ ਮੈਂ ਪਾਗਲ ਹੋ ਉੱਠਿਆ ਹਾਂ। ਹੇ ਪ੍ਰਭੂ, ਆਪਣੀ ਕਿਰਪਾ ਦੇ ਨਾਲ ਮੈਨੂੰ ਬਚਾ, ਤੂੰ ਮੇਰੀ ਮਦਦ ਤੁਰੰਤ ਕਰ। ਔਰ ਹੁਣ ਜਿਹੜੇ ਬਾਹਰਲੇ ਲੋਕ, ਦੇਖੋ ਕੀ ਕਹਿੰਦਾ, ਕਹਿੰਦਾ ਜੋ ਲੋਕ ਮੇਰੀ ਜਾਨ ਦੇ ਪਿੱਛੇ ਪਏ ਹਨ, ਤੂੰ ਉਹਨਾਂ ਨੂੰ ਸ਼ਰਮਿੰਦਿਆਂ ਕਰ, ਤੂੰ ਉਹਨਾਂ ਦੀ ਮੱਤ ਮਾਰ ਦੇ। ਜੋ ਮੇਰਾ ਬੁਰਾ ਚਾਹੁੰਦੇ ਹਨ, ਤੂੰ ਉਹਨਾਂ ਨੂੰ ਹਾਰ ਦੇ ਅਤੇ ਅਪਮਾਨਿਤ ਕਰ। ਜੋ ਲੋਕ ਮੇਰੇ 'ਤੇ ਵਿਅੰਗ ਕੱਸਦੇ ਹਨ, ਉਹ ਆਪਣੀ ਸ਼ਰਮਿੰਦਗੀ ਦੇ ਕਾਰਨ ਖਤਮ ਹੋ ਜਾਣ। ਤੇਰੇ ਖੋਜੀ ਹਮੇਸ਼ਾ ਤੇਰੀ ਸੰਗਤ ਦੇ ਵਿੱਚ ਆਨੰਦਿਤ ਅਤੇ ਖੁਸ਼ ਹੋਣ ਅਤੇ ਤੇਰੀ ਮੁਕਤੀ ਨੂੰ ਜੋ ਤੇਰੀ ਮੁਕਤੀ ਨੂੰ ਪਿਆਰ ਕਰਦੇ ਹਨ ਅਤੇ ਲਗਾਤਾਰ ਜੋ ਕਹਿੰਦੇ ਹਨ, ਪ੍ਰਭੂ ਮਹਾਨ ਹੈ। ਮੈਂ ਗਰੀਬ ਅਤੇ ਲੋੜਵੰਦ ਹਾਂ, ਤੂੰ ਹੇ ਪ੍ਰਭੂ ਮੇਰੀ ਚਿੰਤਾ ਕਰਦਾ ਹੈ। ਵਾਓ, ਤੂੰ ਹੇ ਪ੍ਰਭੂ ਮੇਰੀ ਚਿੰਤਾ ਕਰਦਾ ਹੈ। ਸੋ ਉਸ ਨੂੰ ਧੀਰਜ ਕਰਨ ਦੇ ਵਿੱਚ ਕੋਈ ਧੀਰਜ ਕਰਨੀ ਸਗੋਂ ਉਸ ਦੇ ਲਈ ਗੁੱਡ ਹੈ, ਕਿਉਂਕਿ ਉਸਨੂੰ ਪਤਾ ਮੇਰਾ ਪ੍ਰਭੂ ਮੇਰੀ ਚਿੰਤਾ ਕਰਦਾ, ਮੇਰਾ ਪ੍ਰਭੂ ਮੇਰੀ ਚਿੰਤਾ ਕਰਦਾ। ਮੈਂ ਕਿਸੇ ਮੂਰਤੀ ਦੇ ਸਾਹਮਣੇ ਨਹੀਂ ਗਿਆ ਆ, ਮੈਂ ਕਿਸੇ ਬੁੱਤ ਦੇ ਸਾਹਮਣੇ ਨਹੀਂ ਖੜਾ, ਮੈਂ ਆਪਣੇ ਆਪ ਨੂੰ ਝੂਠੀਆਂ ਤਸੱਲੀਆਂ ਨਹੀਂ ਪੜ੍ਹ ਕੇ ਦਿੰਦਾ ਪਿਆ। ਮੇਰਾ ਪ੍ਰਭੂ ਜਿਉਂਦਾ, ਮੇਰਾ ਪ੍ਰਭੂ ਮੇਰੀ ਮਦਦ ਕਰਦਾ। ਔਰ ਆਉਣ ਵਾਲਿਆਂ ਦਿਨਾਂ ਦੇ ਵਿੱਚ ਅਸੀਂ ਇਸ ਥੀਮ ਨੂੰ ਜਾਰੀ ਰੱਖਾਂਗੇ ਕਿ ਸਬਰ, ਜਿਸ ਵੇਲੇ ਅਸੀਂ ਬਿਮਾਰੀ ਦੇ ਵਿੱਚ ਦੀ ਗੁਜ਼ਰਦੇ ਪਏ ਹਾਂ, ਸਬਰ, ਜਿਸ ਵੇਲੇ ਅਸੀਂ ਕਿਸੇ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ, ਸਬਰ, ਕਿਸ ਤਰ੍ਹਾਂ ਸਬਰ ਉਹਨਾਂ ਚੀਜ਼ਾਂ ਦੇ ਵਿੱਚ ਕਰੀਦਾ। ਵੇਅਰ ਇਜ਼ ਗਾਡ ਵੈਨ ਇਜ਼ ਹਰਟਿੰਗ? ਜਾਂ ਗਾਡ ਇਜ਼ ਗੁੱਡ? ਉਹ ਤਾਂ ਸਾਰੇ ਕਹਿੰਦੇ ਗਾਡ ਇਜ਼ ਗੁੱਡ, ਬਟ ਵੇਅਰ ਇਜ਼ ਗਾਡ ਵੈਨ ਇਟ ਹਰਟਸ? ਜਿਸ ਵੇਲੇ ਅਸੀਂ ਦੁੱਖਾਂ ਦੇ ਵਿੱਚ, ਜਿਸ ਵੇਲੇ ਮੈਂ ਦੁੱਖਾਂ ਦੇ ਵਿੱਚ ਜਾ ਰਿਹਾ ਤਾਂ ਮੇਰਾ ਪ੍ਰਭੂ ਕਿੱਥੇ ਆ? ਉਹ ਪ੍ਰਭੂ ਜਿਹੜਾ ਮੈਨੂੰ ਕਹਿੰਦਾ ਮੈਂ ਜਿਉਂਦਾ ਪ੍ਰਭੂ ਹਾਂ, ਮੈਂ ਜਿਉਂਦਾ ਪ੍ਰਭੂ ਹਾਂ, ਮੈਂ ਤੇਰੇ ਲਈ ਜਾਨ ਦਿੱਤੀ ਆ, ਮੈਂ ਤੇਰਿਆਂ ਪਾਪਾਂ ਨੂੰ ਆਪਣੇ ਉੱਪਰ ਲਿਆ, ਮੈਂ ਤੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਜਿਸ ਨੂੰ ਅਨੰਤ ਜੀਵਨ ਕਹਿਣਾ। ਉਸ ਵੇਲੇ ਮੇਰਾ ਪ੍ਰਭੂ ਕਿੱਥੇ ਆ? ਵੇਅਰ ਇਜ਼ ਗਾਡ ਵੈਨ ਇਟ ਹਰਟਸ? ਸੋ ਇਹਨਾਂ ਚੀਜ਼ਾਂ ਨੂੰ ਅਸੀਂ ਗਾਂ ਜਾਰੀ ਰੱਖਾਂਗੇ। ਲੇਕਿਨ ਅੱਜ ਅਸੀਂ ਥੋੜ੍ਹੀਆਂ ਜਿਹੀਆਂ ਉਹ ਚੀਜ਼ਾਂ ਦੇਖਾਂਗੇ ਜਿਸ ਦੇ ਵਿੱਚ ਪ੍ਰਭੂ ਨੇ ਸਾਨੂੰ ਸਹਿਨਸ਼ੀਲ ਹੋਣ ਦੇ ਲਈ ਕਿਹਾ, ਸਾਨੂੰ ਸਬਰ ਕਰਨ ਦੇ ਲਈ ਕਿਹਾ, ਸਾਨੂੰ ਸਹਿਨ ਕਰਨ ਦੇ ਲਈ ਕਿਹਾ, ਇੱਕ ਦੂਜੇ ਨੂੰ ਸਹਿਨ ਕਰਨ ਦੇ ਲਈ ਕਿਹਾ। ਔਰ ਫਿਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਉਹ ਸਹਿਨਸ਼ੀਲਤਾ ਦੇਖਾਂਗੇ, ਕਿਉਂਕਿ ਜੇ ਉਸ ਦੇ ਵਿੱਚ ਆਪਣੇ 'ਚ ਹੈ ਨਹੀਂ ਤਾਂ ਫਿਰ ਸਾਨੂੰ ਸਿੱਖਿਆ ਦੇਣ ਦੀ ਕੀ ਲੋੜ? ਜਿਸ ਲਈ ਪ੍ਰਭੂ ਯਿਸੂ ਧਰਤੀ ਦੇ ਉੱਤੇ ਆਏ ਆ, ਜੇ ਉਹਨਾਂ 'ਚ ਆਪਣੀ ਸਹਿਨਸ਼ੀਲਤਾ ਹੈ ਨਹੀਂ ਗੀ ਤਾਂ ਫਿਰ ਸਾਨੂੰ ਸਿੱਖਿਆ ਦੇਣ ਦੀ ਕੀ ਲੋੜ ਪਈ?
ਰਾਈਟ। ਇਹ ਸਿੱਖਿਆ ਤਾਂ ਅਸੀਂ ਹਰ ਪਾਸਿਓਂ ਪਾਉਣੇ ਪਏ। ਔਰ ਆਓ ਹੁਣ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਚੱਲੀਏ। ਅਫਸੀਆਂ ਦਾ ਚੌਥਾ ਪਾਪ, ਉਸ ਦੀ 1 ਆਇਤ ਤੋਂ ਲੈ ਕੇ 6 ਆਇਤ ਪਿਛਲੇ ਪਾਸਿਓਂ ਪੁਰਾਣੇ ਨਿਯਮ ਦੇ ਵਿੱਚੋਂ ਪੰਨਾ ਹੈ 351, ਪੰਨਾ ਹੈ 351, ਅਫਸੀਆਂ ਦਾ ਚੌਥਾ ਪਾਪ। ਔਰ ਪ੍ਰਭੂ ਦਾ ਵਚਨ, ਹਾਂ, ਅਫਸੀਆਂ ਦਾ ਚੌਥਾ ਪਾਪ ਪਿਛਲੇ ਪਾਸਿਓਂ 351 ਪੰਨਾ। ਸੋ ਪ੍ਰਭੂ ਦੇ ਵਚਨ ਦੇ ਵਿੱਚੋਂ ਆਓ ਅਸੀਂ ਦੇਖੀਏ। ਔਰ ਇਹ ਸੰਤ ਪੌਲ ਸਾਨੂੰ ਕਹਿ ਰਹੇ ਆ, ਔਰ ਆਪ ਕੈਦ ਦੇ ਵਿੱਚ ਉਹਨਾਂ ਨੂੰ ਰੋਮ ਦੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ। ਫੈਸਲਾ ਹੋਣਾ ਕਿ ਇਸ ਨੂੰ ਸਲੀਬ ਵਿੱਚ ਚੜ੍ਹਾਇਆ ਜਾਏ, ਪਰ ਇਹ ਰੋਮੀ ਨਾਗਰਿਕ ਆ, ਇਸ ਨੂੰ ਸਲੀਬ 'ਤੇ ਨਹੀਂ ਚੜ੍ਹਾ ਸਕਦੇ, ਸੋ ਇਸ ਦਾ ਗਲ ਵੱਢਿਆ ਜਾਏਗਾ। ਆਪ ਉਹ ਇਸ ਹਾਲਤ ਵਿੱਚ ਬੈਠੇ ਹੋ। ਮੈਂ ਪ੍ਰਭੂ ਦਾ ਕੈਦੀ ਹੋਣ ਦੇ ਨਾਤੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਪਰਮੇਸ਼ਰ ਵੱਲੋਂ ਮਿਲੇ ਸੱਦੇ ਦੇ ਯੋਗ ਆਪਣਾ ਜੀਵਨ ਗੁਜ਼ਾਰੋ। ਸਾਨੂੰ ਪ੍ਰਭੂ ਨੇ ਸੱਦਿਆ, ਸਾਨੂੰ ਬੁਲਾਇਆ, ਸਾਨੂੰ ਉਸਨੇ ਵੱਖਰੇ ਕੀਤਾ। none of you are accident। ਕਿਸੇ ਨੇ ਇਹ ਨਹੀਂ ਹੈ, ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਉਹ ਆਪਣੀ ਮੁਕਤੀ ਦੇ ਲਈ ਇਨਸਾਨ ਨੂੰ ਚੁਣਦਾ ਔਰ ਉਸ ਨੂੰ ਵੱਖਰਾ ਕਰਦਾ ਔਰ ਉਸ ਨੂੰ ਆਪਣੇ ਕੋਲ ਆ ਲੈਣ ਦਿੰਦਾ। ਔਰ ਹੁਣ ਕਿਉਂਕਿ ਮੈਂ ਆਪਣੀ ਤਾਕਤ ਦੇ ਨਾਲ ਭਲਾ ਜੀਵਨ ਨਹੀਂ ਗੁਜ਼ਾਰਦਾ ਪਿਆ, ਕਿਉਂਕਿ ਮੈਨੂੰ ਪਵਿੱਤਰ ਆਤਮਾ ਦਿੱਤਾ ਗਿਆ ਜੋ ਮੇਰੀ ਮਦਦ ਕਰਦਾ ਪਿਆ ਭਲਾ ਜੀਵਨ ਗੁਜ਼ਾਰਨ ਦੇ ਲਈ। ਇਸ ਕਰਕੇ ਉਹ ਕਹਿ ਰਿਹਾ, ਆਪਣੇ ਸੱਦੇ ਦੇ ਅਨੁਸਾਰ ਪਰਮੇਸ਼ਵਰ ਦੇ ਵੱਲੋਂ ਮਿਲੇ ਸੱਦੇ ਦੇ ਯੋਗ ਆਪਣਾ ਜੀਵਨ ਗੁਜ਼ਾਰੋ। ਹਮੇਸ਼ਾ ਦੀਨ, ਨਮਰ ਅਤੇ ਧੀਰਜਵਾਨ ਬਣੋ। ਇੱਕ ਦੂਜੇ ਨੂੰ ਪਿਆਰ ਕਰੋ। ਹਰ ਸਮੇਂ ਮੇਲ ਮਿਲਾਪ ਦੇ ਰਾਹੀਂ ਆਤਮਾ ਦੀ ਏਕਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਇੱਕ ਹੀ ਸਰੀਰ ਹੈ, ਇੱਕ ਹੀ ਆਤਮਾ ਹੈ। ਜਿਸ ਤਰ੍ਹਾਂ ਇੱਕ ਹੀ ਉਮੀਦ ਹੈ, ਜਿਸ ਦੇ ਲਈ ਤੁਹਾਨੂੰ ਪ੍ਰਭੂ ਨੇ ਸੱਦਿਆ ਹੈ। ਇੱਕ ਹੀ ਪ੍ਰਭੂ ਹੈ, ਇੱਕ ਹੀ ਵਿਸ਼ਵਾਸ ਹੈ, ਇੱਕ ਹੀ ਬਪਤਿਸਮਾ ਹੈ। ਇਹ ਪਰਮੇਸ਼ਵਰ ਜੋ ਸਭ ਦਾ ਪਿਤਾ ਹੈ, ਉਹੀ ਸਭ ਦਾ ਸੁਆਮੀ ਹੈ ਅਤੇ ਸਭ ਦੇ ਵਿੱਚ ਹੋ ਕੇ ਕੰਮ ਕਰਦਾ ਹੈ ਅਤੇ ਸਭ ਦੇ ਵਿੱਚ ਵਾਸ ਕਰਦਾ ਹੈ। ਹੁਣ ਦੇਖੋ ਕਿ ਜਿਸਲੇ ਮੈਨੂੰ ਇਹ ਕਿਹਾ ਗਿਆ ਕਿ ਤੂੰ ਨਮਰ, ਦੀਨ ਔਰ ਉਸ ਤੋਂ ਬਾਅਦ ਸਹਿਨਸ਼ੀਲ, ਨਮਰ ਔਰ ਸਬਰ ਵਾਲਾ ਜੀਵਨ ਗੁਜ਼ਾਰ। ਕਹਿਣ ਦਾ ਕੀ ਮਤਲਬ ਆ, ਜਿਸ ਵੇਲੇ ਉਸਨੇ ਮੈਨੂੰ ਧੀਰਜਵਾਨ ਬਣਨ ਦੇ ਲਈ ਕਿਹਾ ਆ, ਤੇ ਮੈਂ ਧੀਰਜ ਆਪਣੀ ਤਾਕਤ ਦੇ ਨਾਲ ਨਹੀਂ ਕਰਦਾ ਪਿਆ। ਮੈਨੂੰ ਉਹ ਧੀਰਜ ਉਸ ਵੇਲੇ ਪ੍ਰਭੂ ਤੋਂ ਸਿਰਫ ਮੰਗਣ ਦੀ ਜ਼ਰੂਰਤ ਹੈ। ਅੱਜ ਦੇ ਸਮੇਂ ਦੇ ਵਿੱਚ ਇਨਸਾਨ ਦੇ ਲਈ ਧੀਰਜਵਾਨ ਹੋਣਾ ਬਹੁਤ ਔਖਾ ਆ। ਅਸੀਂ ਇੱਕ ਸਮਾਂ ਹੁੰਦਾ ਸੀ ਕਿ ਚਾਹ ਬਣਨ ਦਾ ਇੰਤਜ਼ਾਰ ਕਰ ਲੈਂਦੇ ਸੀਗੇ। ਹੁਣ ਉਹ ਚਾਹ ਜਿਸ ਲਈ 1 ਮਿੰਟ ਦੇ ਲਈ ਗਰਮ ਕਰਨੀ ਰੱਖੀ ਹੁੰਦੀ ਮਾਈਕ੍ਰੋਵੇਵ ਦੇ ਵਿੱਚ, ਤੇ ਅਸੀਂ ਮਾਈਕ੍ਰੋਵੇਵ ਨੂੰ ਕਹਿੰਦੇ ਜਲਦੀ ਕਰ। ਅਸੀਂ ਉਸ ਸਮੇਂ ਦੇ ਵਿੱਚ ਜੀ ਰਹੇ ਹਾਂ। ਔਰ ਇਸ ਸਮੇਂ ਦੇ ਵਿੱਚ ਧੀਰਜਵਾਨ ਫਿਰ ਕਿਸ ਤਰ੍ਹਾਂ ਬਣੀਏ? ਉਸ ਵੇਲੇ ਸਾਨੂੰ ਆਪਣੇ ਸੱਦੇ ਨੂੰ ਯਾਦ ਕਰਨਾ ਪੈਂਦਾ ਕਿ ਪ੍ਰਭੂ ਨੇ ਮੈਨੂੰ ਬੁਲਾਇਆ, ਪ੍ਰਭੂ ਨੇ ਮੈਨੂੰ ਵੱਖਰਾ ਕੀਤਾ। ਪ੍ਰਭੂ ਦਾ ਜੋ ਮੈਂ ਉਸ ਦੇ ਨਾਮ ਦੇ ਵਿੱਚ ਬਪਤਿਸਮਾ ਲਿਆ, ਔਰ ਜਦ ਮੈਂ ਉਸ ਪਾਣੀ ਦੇ ਵਿੱਚੋਂ ਬਾਹਰ ਆਇਆ ਤਾਂ ਉਸਨੇ ਮੈਨੂੰ ਆਪਣਾ ਆਤਮਾ ਦਿੱਤਾ। ਔਰ ਉਸ ਦੀ ਇੱਕ ਦੇ ਵਿੱਚ ਮੇਰੀ ਇੱਕ ਏਕਤਾ ਆ ਉਸ ਦੇ ਨਾਲ। ਉਸ ਵੇਲੇ ਇਹ ਜਿਸ ਤਰ੍ਹਾਂ ਕਿ ਇਹ ਜਿਹੜਾ ਬਲਬ ਆ, ਇਹ ਆਪਣੇ ਲਈ ਇਲੈਕਟ੍ਰੀਸਿਟੀ ਨਹੀਂ ਪੈਦਾ ਕਰਦਾ, ਪਰ ਜਗਦਾ ਪਿਆ ਆ, ਜਗਦਾ ਪਿਆ ਨਾ, ਪਰ ਇਲੈਕਟ੍ਰੀਸਿਟੀ ਨਹੀਂ ਪੈਦਾ ਕਰਦਾ। ਉਹ ਕਿਤੋਂ ਹੋਰ ਆ ਰਹੀ ਆ, ਉਹ ਕਿਤੋਂ ਹੋਰ ਆ ਰਹੀ ਆ। ਉਸ ਸਾਕਟ ਵਿੱਚੋਂ ਵੀ ਨਹੀਂ ਆ ਰਹੀ, ਉਹਦੇ ਪਿੱਛੋਂ ਕਿਤੋਂ ਹੋਰ ਆ ਰਹੀ। ਇਸੇ ਤਰ੍ਹਾਂ
ਜਿਸ ਵੇਲੇ ਵੀ ਮੇਰਾ ਪ੍ਰਭੂ ਮੈਨੂੰ ਕੁਛ ਕਰਨ ਦੇ ਲਈ ਕਹਿੰਦਾ ਤੇ ਮੈਨੂੰ ਸਿਰਫ ਆਹ ਬਲ ਵਾਲਾ ਮਾਣ ਮਿਲਦਾ ਪਿਆ। ਜੋ ਪਿੱਛੋਂ ਕਰ ਰਿਹਾ ਉਹ ਆਪ ਕਰ ਰਿਹਾ, ਕਿਉਂਕਿ ਉਸਨੇ ਵਾਅਦਾ ਕੀਤਾ ਆ। ਉਸਨੇ ਉਹ ਸਾਰੇ ਵਾਅਦੇ ਮੇਰੇ ਕਰਮਾਂ ਨੂੰ ਦੇਖ ਕੇ ਨਹੀਂ ਸੀ ਕੀਤੇ। ਉਸਨੇ ਮੈਨੂੰ ਇਸ ਕਰਕੇ ਸਵੀਕਾਰ ਨਹੀਂ ਸੀ ਕੀਤਾ ਕਿ ਮੇਰੇ ਕਰਮ ਬਹੁਤ ਚੰਗੇ ਸੀਗੇ। ਉਸਨੇ ਮੈਨੂੰ ਸਵੀਕਾਰ ਕੀਤਾ ਕਿਉਂਕਿ ਮੈਂ ਦਾਊਦ ਦੇ ਵਾਂਗ ਕਿਹਾ ਸੀ ਕਿ ਮੇਰੇ ਕੋ ਕਰਮਾਂ ਨੂੰ ਦੇਖ, ਮੇਰੇ ਕੋ ਕਰਮਾਂ ਨੂੰ ਕੌਣ ਲਾਏਗਾ, ਕੌਣ ਆ ਜਿਹੜਾ ਇਹਨਾਂ ਨੂੰ ਸਵੀਕਾਰ ਕਰੇਗਾ। ਕਿਸੇ ਨੇ ਨਹੀਂ ਸੀ ਕੀਤੇ। ਅਖੀਰ ਸਭ ਕਹਿੰਦੇ ਸੀ ਕਿ ਤੈਨੂੰ ਆਪਣੇ ਚੰਗਿਆਂ ਕਰਮਾਂ ਦਾ ਤੈਨੂੰ ਚੰਗੇ ਕਰਮ ਮਿਲਣਗੇ, ਬੁਰਿਆਂ ਦੀ ਤੈਨੂੰ ਸਜ਼ਾ ਮਿਲੇਗੀ। ਪਰ ਯਿਸੂ ਨੇ ਕਿਹਾ ਤੂੰ ਮੈਨੂੰ ਦੇ ਦੇ, ਕਿਉਂਕਿ ਮੈਂ ਪਾਪੀਆਂ ਨੂੰ ਲੱਭਣ ਤੇ ਬਚਾਉਣਾ ਹੈ। ਮੈਂ ਪਾਪੀਆਂ ਨੂੰ ਲੱਭਣ ਤੇ ਬਚਾਉਣਾ ਹੈ। ਤੇ ਹੁਣ ਬਾਕੀ ਦਾ ਕੰਮ ਉਸ ਤੋਂ ਗਾਂ ਕੌਣ ਕਰੇਗਾ? ਮੈਂ ਕਰੂੰਗਾ? ਨਹੀਂ, ਉਹ ਜਿਸ ਨੇ ਮੈਨੂੰ ਬਚਾਇਆ ਉਹ ਕਰੇਗਾ। ਸੋ ਮੈਂ ਆਪਣੇ ਸਹਿਨ ਕਰਦਾ। ਜਿਸਲੇ ਕੋਈ ਮੇਰਾ ਭਰਾ, ਕੋਈ ਘਰ ਦਾ ਬੰਦਾ, ਕੋਈ ਜਨ ਮੈਨੂੰ ਕੋਈ ਬੁਰੀ ਗੱਲ ਕਹਿ ਦਿੰਦਾ, ਮੈਂ ਉਸਨੂੰ ਝੱਲਦਾ। ਕਿਸ ਤਾਕਤ ਦੇ ਨਾਲ? ਆਪਣੀ ਤਾਕਤ ਦੇ ਨਾਲ ਨਹੀਂ। ਨਹੀਂ ਕਿ ਮੈਂ ਕੱਲ੍ਹ ਝੱਲਦਾ ਸੀ, ਨਹੀਂ ਝੱਲਦਾ ਸੀ। ਕਿ ਮੈਂ ਅੱਜ ਝੱਲ ਸਕਦਾ? ਝੱਲ ਸਕਦਾ। ਕਿਉਂ? ਇਟਸ ਅ ਪ੍ਰੈਕਟਿਸ। ਇਟਸ ਅ ਪ੍ਰੈਕਟਿਸ। ਜਿਸ ਲਈ ਮੈਂ ਉਹ ਝੱਲਦਾ, ਮੈਂ ਆਪਣੇ ਉੱਤੇ ਨਹੀਂ ਝੱਲਦਾ, ਮੈਂ ਪ੍ਰਭੂ ਨੂੰ ਦਿੰਦਾ। ਮੈਂ ਪ੍ਰਭੂ ਨੂੰ ਦਿੰਦਾ ਕਿ ਫਾਦਰ ਇਟਸ ਯੋਰਸ। ਦੋ ਚੀਜ਼ਾਂ ਹੁੰਦੀਆਂ। ਮੈਨੂੰ ਪ੍ਰਭੂ ਦੀ ਹਜ਼ੂਰੀ ਉਸ ਵੇਲੇ ਮਿਲਦੀ ਹੈ ਔਰ ਉਸ ਚੀਜ਼ ਦੇ ਉੱਤੇ ਪ੍ਰਭੂ ਆਪ ਕੰਮ ਕਰਦਾ। ਦਾਊਦ ਨੇ ਕਿਹਾ ਜਿਹੜਾ ਮੇਰੇ ਲਈ ਬੁਰਾ ਸੋਚਦੇ ਆ, ਜੋ ਮੈਨੂੰ ਤੰਜਾਂ ਕੱਸਦੇ ਆ, ਤੂੰ ਉਹਨਾਂ ਨੂੰ ਦੇਖ, ਤੂੰ ਉਹਨਾਂ ਨੂੰ ਦੇਖ। ਮੈਂ ਨਹੀਂ, ਮੇਰੇ ਤੇ ਤੂੰ ਦਇਆ ਕਰ। ਮੈਨੂੰ ਆਪਣੀ ਆਤਮਾ ਦੇ ਵਿੱਚ ਤੂੰ ਬਣਾ ਕੇ ਰੱਖ। ਛੋਟੀ ਜਿਹੀ ਐਗਜ਼ਾਮਪਲ ਅੱਜ ਦੇਖਾਂਗੇ ਪ੍ਰਭੂ ਯਿਸੂ ਮਸੀਹ ਦੀ, ਕਿ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਸਹਿਨ ਕਰਦੇ ਸੀ। ਹੁਣ ਅਸੀਂ ਆ ਜਾਣਾ ਹੈਗਾ ਇੱਥੇ 351 ਪੰਨੇ ਦੇ ਉੱਤੇ ਅਸੀਂ ਸੀਗੇ। ਪਿੱਛੇ ਇੱਦਾਂ ਹੀ ਪਿੱਛੇ ਨੂੰ 153 ਪੰਨੇ ਦੇ ਵਿੱਚ ਮੁੜ ਜਾਣਾ ਔਰ ਲੂਕਾ ਦੀ ਪੁਸਤਕ ਦੇ ਵਿੱਚ ਅਸੀਂ ਆ ਜਾਣਾ। ਔਰ ਅੰਤ ਦੇ ਦਿਨ ਪ੍ਰਭੂ ਯਿਸੂ ਮਸੀਹ ਨੂੰ ਹੁਣ ਫੜਾਇਆ ਜਾਣਾ। ਜਿਸ ਤਰ੍ਹਾਂ ਵਚਨ ਦੇ ਵਿੱਚ ਦੱਸਿਆ ਗਿਆ ਸੀ, ਜਿੱਦਾਂ ਸਾਰੇ ਪੁਰਾਣੇ ਨਿਯਮ ਦੇ ਵਿੱਚ ਵਾਅਦੇ ਕੀਤੇ ਗਏ ਸੀ, ਜੋ ਕੁਛ ਉਹਨਾਂ ਦੇ ਲਈ ਕਿਹਾ ਗਿਆ ਸੀ, ਹੁਣ ਉਹ ਲਿਖਤਾਂ ਪੂਰੀਆਂ ਹੋਣ ਦਾ ਸਮਾਂ ਆ ਗਿਆ। ਸੋ ਹੁਣ ਅਸੀਂ ਪਹੁੰਚ ਗਏ ਲੂਕਾ ਦੇ ਵਿੱਚ ਔਰ ਅਸੀਂ ਇਸ ਦੀ ਦੇਖਾਂਗੇ 47 ਤੋਂ ਲੈ ਕੇ ਪਹਿਲਾਂ 47 ਤੋਂ 53 ਆਇਤ। 47 ਤੋਂ 53 ਆਇਤ। ਔਰ ਇਹ ਪ੍ਰਭੂ ਯਿਸੂ ਮਸੀਹ ਨੂੰ ਫੜਾਏ ਜਾਣ ਦਾ ਸਮਾਂ। ਹੁਣ ਅਸੀਂ ਦੇਖਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਕਿੱਦਾਂ ਦੀਆਂ ਚੀਜ਼ਾਂ ਸਹੀਆਂ, ਕਿੱਦਾਂ ਦੀਆਂ ਚੀਜ਼ਾਂ ਸਹੀਆਂ। ਯਾਦ ਰੱਖੋ, ਇੱਥੋਂ ਪੜ੍ਹੂੰਗਾ, ਦੂਸਰੀ ਜਗ੍ਹਾ ਤੋਂ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਊਂਗਾ, ਫਿਰ ਆਪਾਂ ਅੱਗੇ ਵਧਾਂਗੇ। ਪ੍ਰਭੂ ਯਿਸੂ ਮਸੀਹ ਦੇ ਫੜਾਏ ਜਾਣ ਤੋਂ ਬਾਅਦ ਔਰ ਸਲੀਬ ਦੀ ਮੌਤ ਤੱਕ ਰਸਤੇ ਦੇ ਵਿੱਚ ਸ਼ੈਤਾਨ ਨੇ ਉਹਨਾਂ ਨੂੰ ਬਚਾਉਣ ਦੇ ਲਈ ਇੰਨੇ ਰਸਤੇ ਕੱਢੇ ਸੀ ਕਿ ਸਲੀਬ ਤੇ ਨਾ ਜਾਵੇ, ਸਲੀਬ ਤੇ ਨਾ ਜਾਵੇ, ਇੱਕ ਦੇਸ਼ ਭਗਤ ਹੋ ਕੇ ਮਰ ਜਾਏ, ਇਹਦੀ ਸ਼ਹਾਦਤ ਹੋ ਜਾਵੇ। ਪਰ ਇਹ ਉਸ ਸਲੀਬ ਦੇ ਉੱਤੇ ਜਾ ਕੇ ਕੁਰਬਾਨੀ ਨਾ ਦਿੰਦਾ। ਨਾ, ਕੁਰਬਾਨੀ ਤੇ ਸ਼ਹਾਦਤ ਦੇ ਵਿੱਚ ਬਹੁਤ ਫਰਕ ਹੁੰਦਾ। ਉਹ ਅਸੀਂ ਆਉਣ ਵਾਲਿਆਂ ਦਿਨਾਂ ਦੇ ਵਿੱਚ ਦੇਖਾਂਗੇ। ਲੇਕਿਨ ਆਓ ਹੁਣ ਅਸੀਂ ਇੱਥੇ ਦੇਖੀਏ 47ਵੇਂ ਭਾਗ ਦੇ ਵਿੱਚ ਆ ਗਏ। ਇੱਥੇ ਪ੍ਰਭੂ ਯਿਸੂ ਮਸੀਹ ਦਾ ਫੜਾਇਆ ਜਾਣਾ ਸ਼ੁਰੂ ਹੋ ਗਿਆ। ਯਿਸੂ ਅਜੇ ਇਹ ਗੱਲਾਂ ਕਰ ਹੀ ਰਹੇ ਸਨ ਕਿ ਲੋਕਾਂ ਦੀ ਇੱਕ ਭੀੜ ਦਿਖਾਈ ਦਿੱਤੀ। ਯਹੂਦਾ, ਜਿਹੜਾ 12 ਚੇਲਿਆਂ ਦੇ ਵਿੱਚੋਂ ਇੱਕ ਸੀ, ਉਹ ਯਿਸੂ ਦੇ ਨੇੜੇ ਆਇਆ ਕਿ ਉਹਨਾਂ ਨੂੰ ਚੁੰਮੇ। ਯਿਸੂ ਨੇ ਯਹੂਦਾ ਨੂੰ ਪੁੱਛਿਆ, ਕੀ ਤੂੰ ਚੁੰਮੇ ਦੇ ਰਾਹੀਂ ਮਨੁੱਖ ਦੇ ਪੁੱਤਰ ਨੂੰ ਫੜਵਾ ਰਿਹਾ ਹੈ? ਜਦੋਂ ਉਹਨਾਂ ਚੇਲਿਆਂ ਨੇ ਜੋ ਯਿਸੂ ਦੇ ਨਾਲ ਸਨ ਦੇਖਿਆ ਕਿ ਇਹ ਕੀ ਹੋਣ ਵਾਲਾ ਹੈ, ਤਾਂ ਉਹਨਾਂ ਨੇ ਪੁੱਛਿਆ, ਪ੍ਰਭੂ ਜੀ, ਕੀ ਅਸੀਂ ਆਪਣੀਆਂ ਤਲਵਾਰਾਂ ਕੱਢੀਏ? ਉਹਨਾਂ ਵਿੱਚੋਂ ਇੱਕ ਨੇ ਮਹਾਂਪੁਰੋਹਿਤ ਦੇ ਸੇਵਕ ਦੇ ਉੱਤੇ ਤਲਵਾਰ ਦਾ ਵਾਰ ਕੀਤਾ ਅਤੇ ਉਸ ਦਾ ਸੱਜਾ ਕੰਨ ਵੱਢ ਦਿੱਤਾ। ਪਰ ਯਿਸੂ ਨੇ ਕਿਹਾ, ਰੁਕ ਜਾਓ, ਅਤੇ ਉਸ ਸੇਵਕ ਦਾ ਕੰਨ ਛੂਹ ਕੇ ਠੀਕ ਕਰ ਦਿੱਤਾ। ਪ੍ਰਭੂ ਯਿਸੂ ਮਸੀਹ ਨੂੰ
देखो इत्थों सहन शक्ति दे सानूं दिसण लग पई। प्रभु यसू मसीह नूं जिहड़ा फड़ाउण वाला उन्हां दा अपना एक चेला है, और उसने आके उसने सिग्नल ये रखिया सीगा कि क्योंकि उन्हां दिनां दे विच कीता जांदा सी कि इधरले पासे और इधरले पासे दो पासे जिद्दां जिसले मिलदा सी बंदा ते उसले किस दे नाल स्वागत कीता जांदा सी। वो आया, उसने प्रभु यसू मसीह नूं चुम्मिया। प्रभु यसू मसीह ने उसनूं कहा कि तू मैनूं हुण फड़ाउण लगा, वो भी तू एक मैनूं किस दे के फड़ाउण लगा। इस तो इलावा उसने कुछ नहीं किया, इस तो इलावा कुछ नहीं किया। चेलियां ने तलवारां कड्डियां कि असीं इन्हां नूं दड़ा दिंदे आ जां असीं इत्थों निकल जाने। प्रभु यसू मसीह ने कहा अपनी तलवारां नूं अपनी म्यानां दे विच रखो, और उन्होंने एक सेवक का कन्न वड़ दिता। प्रभु यसू मसीह ने उसका सेवक के कन्न नूं मुड़ के ठीक कर दिता। फड़न वाले भी प्रभु यसू मसीह नूं देखते पे, सारा कुछ देखते पे। नाउ कि इत्थे प्रभु यसू मसीह दूसरी जगह दे उत्ते जिथे असीं जिसले मत्ती दे विच पढ़दे हां उत्थे ये लिखिया कि उन्होंने जिसले उसका कन्न वड्डिया तो प्रभु यसू मसीह ने कहा कि अपनी तलवार नूं अपनी म्यान दे विच रख, जे मैं चाहां तो मेरा बाप मेरे स्वर्ग तो हुणे 12 तमन मेरे लिए फरिश्तियां दी फौज घल सकदा, लेकिन जिस जिहड़ा काम मैं करन दे लई आया इसका होना जरूरी है। सबर, सबर किद्दां ये सब कुछ सह रहा, परमेश्वर का पुत्र किद्दां ये सारियां चीज़ां सह रहा। उसने सब कुछ सहा और तां सानूं कहंदा कि सहनशील बनो, क्योंकि जो कुछ मेरे कोल मैं तुहानूं दिता आ तुसीं खाली ढोल नहीं गे। ये शब्द कन्नां दे लई नहीं, एक शब्द चंगे चंगे लगण दे लई नहीं, इन्हां शब्दां दे विच ताकत आ। इसे करके प्रभु का वचन सानू एक कहानी के तौर पर दिता गया, एक कथा के तौर पर दिता गया। वख-वख जगहां ते वख-वख चीज़ां साडी जो जिन्हां विच साडी जिंदगी निकलदी आ उहदे हिसाब दे नाल सानू दिता गया। ठीक, सो हुण असीं इदां ही, पर मैं तुहानूं कहूँगा कि तुसीं घर जाके 22-23 जिहड़ा 22 चैप्टर तो लैके अखीर तक जरूर पढ़िओ, लेकिन मैं थोड़े थोड़े हिस्से पढ़ूँगा ਜਿਹੜੇ मैं जरूरी देखदा पिया। हुण असीं आ गए 63 आयत ते अगला पेज 63 आयत। हुण उन्हां नूं फड़ के वो लै गए आ और पतरस ने इनकार कर दिता आ, प्रभु यसू मसीह ने वो भी सह लिया। हुण 63 आयत विच लिखिआ, यसू की रखवाली करन वाले उन्हां नूं ठट्ठे कर रहे सन। वो उन्हां दे मूँह दे उत्ते कपड़ा मारदे अते कहंदे, तू नबी है तो दस किसने तैनूं मारिया है। अते इस तरह होर भी कई गल्लां दे राहीं यसू का अपमान किया। किसकी हिम्मत सी और जिसने जिहड़ा पानी दे उत्ते तुरिया, जिसने कोड़ी नूं हत्थ लाया और कोड़ी राजी हो गया, उहदा कोड़ जांदा रहा, जिसने इन्हां नूं स्वर्ग तो खड़ाया, जिसने कह के सारी धरती और स्वर्ग रचिया, वो सारे पाप वो सब कुछ सह रहा जो मेरा है। उस दे उत्ते वो पाप लद्या गया जो मेरा अपमान इस तरह होना सी, लेकिन मेरा प्रभु सह रहा मेरे लिए। यहो ही सलीब का अर्थ था। वो मेरे पापां नूं अपने उत्ते लद के उस सलीब ते चला गया ताकि मैनूं मुक्ति मिले। सो हुण वो ठट्ठे कर रहे आ, प्रभु यसू मसीह ने कुछ नहीं किया उन्होंने। अगे देखो, दिन चढ़े यहूदियों के बजुर्ग महापुरोहित अते धर्म ग्रंथी आपो विच मिले। फिर यसू नूं उन्हां दी महासभा दे विच पेश किया गया। उन्होंने यसू नूं पूछा, दस कि तू मसीह है? यसू ने उत्तर दिता, जेकर मैं तुहानूं दसांगा तुसीं विश्वास नहीं करोगे। किसे तरह मैं जेकर तुहाडे सवाल किसे तरह मैं जेकर तुहाडे तो सवाल पुछांगा तो तुसीं उसका उत्तर नहीं देवोगे। पर हुण तो मनुख दा पुत्र परम परमेश्वर दे सज्जे हथ बैठेगा।
ਉਹਨਾਂ ਸਾਰਿਆਂ ਨੇ ਪੁੱਛਿਆ, ਕੀ ਤੂੰ ਪਰਮੇਸ਼ਵਰ ਦਾ ਪੁੱਤਰ ਹੈ? ਯਿਸੂ ਨੇ ਉੱਤਰ ਦਿੱਤਾ, ਤੁਸੀਂ ਠੀਕ ਕਹਿੰਦੇ ਹੋ, ਮੈਂ ਹਾਂ। ਉਹਨਾਂ ਨੇ ਕਿਹਾ, ਹੁਣ ਸਾਨੂੰ ਗਵਾਹੀਆਂ ਦੀ ਲੋੜ ਨਹੀਂ, ਅਸੀਂ ਆਪ ਇਸ ਦੇ ਮੂੰਹੋਂ ਇਹ ਸੁਣ ਲਿਆ ਹੈ। ਸੋ ਸੁਣਨ ਤੋਂ ਬਾਅਦ ਹੁਣ ਉਹਨਾਂ ਨੇ ਕੀ ਕੀਤਾ? 23ਵਾਂ ਭਾਵ ਇਸ ਦੇ ਵਿੱਚ ਹੁਣ ਉਹ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਲਈ ਲੈ ਕੇ ਜਾ ਰਹੇ ਆ। ਇਸ ਦੇ ਪਿੱਛੋਂ ਸਾਰੀ ਸਭਾ ਉੱਠੀ ਅਤੇ ਯਿਸੂ ਨੂੰ ਰਾਜਪਾਲ ਪਿਲਾਤੁਸ ਦੇ ਕੋਲ ਲੈ ਗਏ। ਉੱਥੇ ਉਹ ਯਿਸੂ ਉੱਤੇ ਇਸ ਤਰ੍ਹਾਂ ਦੋਸ਼ ਲਾਉਣ ਲੱਗੇ, ਅਸੀਂ ਇਸ ਨੂੰ ਸਾਰੇ ਲੋਕਾਂ ਨੂੰ ਕੁਰਾਹੇ ਪਾਉਂਦੇ ਦੇਖਿਆ ਹੈ। ਇਹ ਲੋਕਾਂ ਨੂੰ ਕਹਿੰਦਾ ਹੈ ਕਿ ਸਮਰਾਟ ਅਰਥਾਤ ਕੈਸਰ ਨੂੰ ਟੈਕਸ ਨਾ ਦਿਓ ਅਤੇ ਆਪਣੇ ਆਪ ਨੂੰ ਇਹ ਮਸੀਹ ਰਾਜਾ ਕਹਿੰਦਾ ਹੈ। ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, ਕੀ ਤੂੰ ਯਹੂਦੀਆਂ ਦਾ ਰਾਜਾ ਹੈ? ਯਿਸੂ ਨੇ ਉੱਤਰ ਦਿੱਤਾ, ਤੁਸੀਂ ਆਪ ਕਹਿੰਦੇ ਹੋ। ਫਿਰ ਪਿਲਾਤੁਸ ਨੇ ਮਹਾਪੁਰੋਹਿਤ ਨੂੰ ਕਿਹਾ, ਮੈਂ ਇਸ ਆਦਮੀ ਦੇ ਵਿੱਚ ਕੋਈ ਦੋਸ਼ ਨਹੀਂ ਦੇਖਦਾ ਹਾਂ। ਪਰ ਉਹ ਹੋਰ ਵੀ ਜ਼ੋਰ ਦੇ ਕੇ ਲਿਖੇ, ਇਸ ਨੇ ਆਪਣੀਆਂ ਸਿੱਖਿਆਵਾਂ ਦੇ ਰਾਹੀਂ ਲੋਕਾਂ ਨੂੰ ਭੜਕਾਇਆ ਹੈ। ਇਸ ਨੇ ਗਲੀਲ ਤੋਂ ਸ਼ੁਰੂ ਕੀਤਾ ਅਤੇ ਸਾਰੇ ਯਹੂਦੀਆ ਦੇ ਵਿੱਚ ਗਿਆ ਔਰ ਹੁਣ ਇੱਥੇ ਵੀ ਆ ਪਹੁੰਚਿਆ ਹੈ। ਸੋ ਜਿੱਦਾਂ ਹੀ ਉਸਨੇ ਗੈਲੀਲੀ ਦੇ ਇਲਾਕੇ ਦਾ ਨਾਂ ਸੁਣਿਆ, ਉਹ ਕਹਿੰਦਾ ਵੀ ਗੈਲੀਲੀ ਦਾ ਜਿਹੜਾ ਸਮਰਾਟ, ਗੈਲੀਲੀ ਦਾ ਜਿਹੜਾ ਰਾਜਾ ਉੱਥੇ ਆ, ਉਹ ਤਾਂ ਉਹਨਾਂ ਦਾ ਤਾਂ ਆਪਣਾ ਰਾਜਾ, ਔਰ ਉਹ ਆਪ ਇਹਨਾਂ ਦਾ ਹਿਸਾਬ ਕਰੇਗਾ। ਸੋ ਪਿਲਾਤੁਸ ਨੇ ਉਹਨਾਂ ਨੂੰ ਕਿਹਾ, ਜਿੱਦਾਂ ਹੀ ਪਿਲਾਤੁਸ ਨੇ ਸ਼ਬਦ ਗਲੀਲ ਸੁਣਿਆ ਤਾਂ ਉਹਨਾਂ ਨੂੰ ਪੁੱਛਿਆ ਕੀ ਇਹ ਆਦਮੀ ਗਲੀਲ ਦਾ ਰਹਿਣ ਵਾਲਾ ਹੈ? ਫਿਰ ਪਿਲਾਤੁਸ ਨੇ ਇਹ ਜਾਣ ਗਿਆ ਕਿ ਯਿਸੂ ਹੈਰੋਦੇਸ ਦੇ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਉਸਨੇ ਯਿਸੂ ਨੂੰ ਹੈਰੋਦੇਸ ਦੇ ਕੋਲ ਘੱਲ ਦਿੱਤਾ, ਜੋ ਉਹਨਾਂ ਦਿਨਾਂ ਦੇ ਵਿੱਚ ਯਰੂਸ਼ਲਮ ਦੇ ਵਿੱਚ ਹੀ ਸੀ। ਯਿਸੂ ਨੂੰ ਦੇਖ ਕੇ ਹੈਰੋਦੇਸ ਬਹੁਤ ਖੁਸ਼ ਹੋਇਆ, ਕਿਉਂਕਿ ਉਹਨਾਂ ਬਾਰੇ ਉਸਨੇ ਬਹੁਤ ਕੁਝ ਸੁਣਿਆ ਸੀ ਅਤੇ ਇਸ ਲਈ ਯਿਸੂ ਨੂੰ ਬਹੁਤ ਦਿਨਾਂ ਤੋਂ ਦੇਖਣਾ ਚਾਹੁੰਦਾ ਸੀ ਅਤੇ ਉਸ ਨੂੰ ਉਮੀਦ ਸੀ ਕਿ ਯਿਸੂ ਉਸ ਦੇ ਸਾਹਮਣੇ ਕੋਈ ਚਮਤਕਾਰ ਦਿਖਾਵੇਗਾ। ਹੈਰੋਦੇਸ ਨੇ ਯਿਸੂ ਤੋਂ ਬਹੁਤ ਸਵਾਲ ਪੁੱਛੇ, ਪਰ ਯਿਸੂ ਨੇ ਇੱਕ ਦਾ ਵੀ ਉੱਤਰ ਨਹੀਂ ਦਿੱਤਾ। ਉੱਥੇ ਖੜੇ ਮਹਾਪੁਰੋਹਿਤਾਂ ਅਤੇ ਗ੍ਰੰਥੀਆਂ ਨੇ ਵੀ ਉਹਨਾਂ 'ਤੇ ਬੜੇ ਜ਼ੋਰ ਸ਼ੋਰ ਨਾਲ ਦੋਸ਼ ਲਾਏ। ਹੈਰੋਦੇਸ ਅਤੇ ਉਸਦੇ ਸਿਪਾਹੀਆਂ ਨੇ ਵੀ ਯਿਸੂ ਨੂੰ ਬਹੁਤ ਠੱਠੇ ਕੀਤੇ ਅਤੇ ਉਹਨਾਂ ਦਾ ਅਪਮਾਨ ਕੀਤਾ। ਇਸ ਦੇ ਪਿੱਛੋਂ ਉਹਨਾਂ ਨੇ ਯਿਸੂ ਨੂੰ ਰਾਜਿਆਂ ਵਾਲੇ ਕੱਪੜੇ ਪਹਿਨਾਏ ਅਤੇ ਪਿਲਾਤੁਸ ਦੇ ਕੋਲ ਵਾਪਸ ਘੱਲ ਦਿੱਤਾ ਅਤੇ ਉਸ ਦਿਨ ਤੋਂ ਹੈਰੋਦੇਸ ਅਤੇ ਪਿਲਾਤੁਸ ਆਪਸ ਦੇ ਵਿੱਚ ਮਿੱਤਰ ਬਣ ਗਏ ਅਤੇ ਇਸ ਤੋਂ ਪਹਿਲਾਂ ਉਹ ਇੱਕ ਦੂਜੇ ਦੇ ਵੈਰੀ ਸੀ। ਹੁਣ ਉਹਨਾਂ ਨੂੰ ਜਿਹੜਾ ਯਹੂਦਾ ਦਾ ਰਾਜਾ ਉਸ ਸਮੇਂ ਦਾ ਸੀ, ਪਪਟ ਕਿੰਗ ਸੀਗਾ, ਉਸ ਦੇ ਕੋਲ ਘੱਲਿਆ। ਉੱਥੇ ਵੀ ਪ੍ਰਭੂ ਯਿਸੂ ਮਸੀਹ ਦੇ ਉਹਨਾਂ ਨੇ ਠੱਠੇ ਕੀਤੇ। ਉਹ ਸੁਣ ਚੁੱਕਾ ਆ ਕਿ ਪ੍ਰਭੂ ਯਿਸੂ ਨੇ ਕਿੰਨੇ ਵੱਡੇ ਕੰਮ ਕੀਤੇ। ਪ੍ਰਭੂ ਯਿਸੂ ਮਸੀਹ ਕਿੱਦਾਂ ਗਰੀਬਾਂ ਦੇ ਇਲਾਕਿਆਂ ਦੇ ਵਿੱਚ ਗਿਆ, ਕਿਸ ਤਰ੍ਹਾਂ ਉਸਨੇ ਗਰੀਬ ਅਨਪੜ੍ਹ ਲੋਕਾਂ ਨੂੰ, ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ, ਉਹਨਾਂ ਨੂੰ ਬਰਕਤ ਦਿੱਤੀ। ਔਰ ਇਸੇ ਤਰ੍ਹਾਂ ਉਹ ਸਾਰੀ ਉਸਨੇ ਯਹੂਦਾ ਦੇ ਯਾਤਰਾ ਕੀਤੀ ਔਰ ਆਪਣਿਆਂ ਲੋਕਾਂ ਦੇ ਉੱਤੇ ਉਸਨੇ ਰਹਿਮ ਦਿਖਾਈ। ਕਹਿੰਦਾ ਚਮਤਕਾਰ ਕਰਕੇ ਦਿਖਾ, ਚਮਤਕਾਰ ਮੈਨੂੰ ਕਰਕੇ ਦਿਖਾ। ਅਗਰ ਪ੍ਰਭੂ ਯਿਸੂ ਚਾਹੁੰਦੇ ਤਾਂ ਉਸਨੂੰ ਚਮਤਕਾਰ ਕਰਕੇ ਦਿਖਾ ਸਕਦੇ ਸੀ, ਲੇਕਿਨ ਪ੍ਰਭੂ ਯਿਸੂ ਮਸੀਹ ਕੋਈ ਜਾਦੂਗਰ ਤਾਂ ਨਹੀਂ ਸੀ, ਪਰ ਇੱਕ ਮਹਾਨ ਚਮਤਕਾਰ ਉਹਦੇ ਲਈ ਕਰ ਦਿੱਤਾ ਕਿ ਕੈਸਰ ਤੇ ਹੈਰੋਦੇਸ ਹਮੇਸ਼ਾ ਇੱਕ ਦੂਜੇ ਦੇ ਨਾਲ ਸਿੰਘ ਫਸਾ ਕੇ ਰੱਖਦੇ ਸੀਗੇ। ਉਸ ਦਿਨ ਤੋਂ ਬਾਅਦ ਉਹ ਮਿੱਤਰ ਬਣ ਗਏ। ਇਸ ਤੋਂ ਵੱਡਾ ਚਮਤਕਾਰ ਹੋਰ ਕੀ ਹੋ ਸਕਦਾ? ਇਸ ਤੋਂ ਵੱਡਾ ਚਮਤਕਾਰ ਕੀ ਹੋ ਸਕਦਾ? ਸੋ ਉਹਨਾਂ ਨੂੰ ਇਸੇ ਤਰ੍ਹਾਂ ਵਾਪਸ ਘੱਲ ਦਿੱਤਾ ਗਿਆ। ਸਲੀਬੀ ਮੌਤ ਤੱਕ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ। 13 ਆਇਤ, ਰਾਜਪਾਲ ਪਿਲਾਤੁਸ ਨੇ ਮਹਾਪੁਰੋਹਿਤਾਂ, ਅਧਿਕਾਰੀਆਂ ਅਤੇ ਲੋਕਾਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, ਤੁਸੀਂ ਇਸ ਆਦਮੀ ਨੂੰ ਇਸ ਦੋਸ਼ ਵਿੱਚ
ਕਿ ਇਹ ਲੋਕਾਂ ਨੂੰ ਸਮਰਾਟ ਅਤੇ ਕੈਸਰ ਦੇ ਵਿਰੁੱਧ ਭੜਕਾਉਂਦਾ ਹੈ ਮੇਰੇ ਕੋਲ ਲਿਆਏ ਹੋ। ਪਰ ਮੈਂ ਇਸ ਦੀ ਜਾਂਚ ਤੁਹਾਡੇ ਸਾਹਮਣੇ ਕੀਤੀ ਹੈ ਅਤੇ ਇਸ ਆਦਮੀ ਵਿੱਚ ਇਹੋ ਜਿਹਾ ਕੋਈ ਦੋਸ਼ ਨਹੀਂ ਲੱਭਿਆ ਹੈ। ਇਸ ਤਰ੍ਹਾਂ ਹੈਰੋਦੇਸ ਨੇ ਵੀ ਕਿਉਂਕਿ ਉਸ ਦੇ ਵਿੱਚ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਘੱਲ ਦਿੱਤਾ ਹੈ। ਇਸ ਆਦਮੀ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕਸੂਰ ਨਹੀਂ ਕੀਤਾ ਹੈ। ਤੁਸੀਂ ਇਸ ਨੂੰ ਮੇਰੇ ਕੋਲ ਲੈ ਕੇ ਆਏ ਆ ਕਿ ਇਸ ਨੇ ਰੋਮ ਦੇ ਖਿਲਾਫ ਬਗਾਵਤ ਕੀਤੀ ਆ। ਬਗਾਵਤ ਦੀ ਸਜ਼ਾ ਮੌਤ ਆ। ਕਹਿੰਦਾ ਮੈਂ ਕੁਛ ਨਹੀਂ ਦੇਖਦਾ ਪਿਆ। ਮੈਂ ਹੈਰੋਦੇਸ ਕੋ ਘੱਲਿਆ ਕਿਉਂਕਿ ਉਹ ਯਹੂਦੀ ਆ, ਉਹ ਸਮਝਦਾ ਇਹਨਾਂ ਚੀਜ਼ਾਂ ਨੂੰ, ਉਹ ਸਮਝਦਾ। ਉਹ ਤੁਹਾਡੇ ਜਿਹੜੇ ਇਹ ਨਿਯਮ ਆ ਜੋ ਤੁਹਾਡੀ ਪੋਥੀ ਤੁਹਾਨੂੰ ਸਿਖਾਉਂਦੀ ਆ, ਉਹ ਸਮਝਦਾ ਤੁਹਾਡੀ ਪੋਥੀ ਨੂੰ। ਔਰ ਉਸਨੇ ਵੀ ਕੁਛ ਨਹੀਂ ਦੇਖਿਆ ਇੱਦਾਂ ਦਾ, ਔਰ ਇਸ ਕਰਕੇ ਉਸਨੇ ਇਹਨੂੰ ਮੇਰੇ ਕੋਲ ਵਾਪਸ ਘੱਲ ਦਿੱਤਾ। ਮੈਂ ਇਸ ਦੇ ਵਿੱਚ ਇੱਦਾਂ ਦੀ ਕੋਈ ਚੀਜ਼ ਨਹੀਂ ਦੇਖੀ, ਸੋ ਮੈਂ ਇਸ ਨੂੰ ਮੌਤ ਦੀ ਸਜ਼ਾ ਨਹੀਂ ਦੇ ਸਕਦਾ। ਮੈਂ ਇਸ ਨੂੰ ਮੌਤ ਦੀ ਸਜ਼ਾ ਨਹੀਂ ਦੇ ਸਕਦਾ। ਔਰ ਫਿਰ ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿੰਦਾ ਹਾਂ। ਹਰ ਪਸਾਹ ਦੇ ਤਿਉਹਾਰ ਉੱਤੇ ਪਿਲਾਤੁਸ ਨੂੰ ਲੋਕਾਂ ਦੇ ਲਈ ਇੱਕ ਕੈਦੀ ਨੂੰ ਛੱਡਣਾ ਪੈਂਦਾ ਸੀ। ਸੋ ਉਸਨੇ ਕਿਹਾ ਕਿ ਮੈਂ ਇੱਦਾਂ ਕਰਦਾ ਕਿ ਜੇ ਤੁਸੀਂ ਮੰਨਦੇ ਆ ਕਿ ਇਹੋ ਹੀ ਚੀਜ਼ ਹੈ ਕਿ ਇਸ ਨੇ ਤੁਹਾਡੇ ਖਿਲਾਫ ਕੁਛ ਬੋਲਿਆ, ਤਾਂ ਮੈਂ ਇਸ ਨੂੰ ਕੋਰੜੇ ਮਰਵਾ ਦਿੰਦਾ ਅਤੇ ਮੈਂ ਇਸ ਨੂੰ ਛੱਡ ਦਿੰਦਾ। ਪਰ ਉਹ ਇੱਕੋ ਚੀਜ਼ ਤੱਕ ਕੇ ਆਏ ਸੀ, ਮੌਤ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਆਪਣਿਆਂ ਲੋਕਾਂ ਦੇ ਹੱਥਾਂ ਦੇ ਰਾਹੀਂ ਹੀ ਮਰਵਾਇਆ ਜਾਣਾ ਸੀ। ਇਹ ਜ਼ਰੂਰੀ ਸੀ ਕਿ ਜਿਸ ਘਰ ਦੇ ਵਿੱਚ ਉਹ ਆਇਆ, ਉਸੇ ਘਰ ਦੇ ਲੋਕ ਉਸ ਨੂੰ ਮਰਵਾਉਣ, ਉਸ ਦੇ ਘਰ ਦੇ ਲੋਕ ਹੀ ਬਲੀ ਲੈ ਕੇ ਆਉਣ, ਬਲੀ ਦੇ ਉੱਤੇ ਉਸ ਨੂੰ ਚੜਾਉਣ। ਇਹ ਜ਼ਰੂਰੀ ਸੀ। ਹੁਣ ਪ੍ਰਭੂ ਯਿਸੂ ਮਸੀਹ ਦੇ ਕੋਰੜੇ ਮਾਰੇ ਗਏ, ਲੇਕਿਨ ਉਹਨਾਂ ਨੂੰ ਵੀ ਚੱਲ ਲਿਆ, ਉਹਨਾਂ ਦਾ ਵੀ ਸਬਰ ਕਰ ਲਿਆ। ਔਰ ਜਿਸ ਲਈ ਅਸੀਂ ਪ੍ਰਭੂ ਦੇ ਅੱਗੇ ਵਚਨ ਦੇ ਵਿੱਚ ਜਾ ਕੇ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੂੰ ਉਸ ਤੋਂ ਬਾਅਦ ਉਹ ਸਲੀਬੀ ਮੌਤ ਦੇ ਉੱਤੇ ਲੈ ਗਏ। ਹੁਣ ਅਸੀਂ ਅਖੀਰਲੇ ਹਿੱਸੇ ਦੇ ਵਿੱਚ ਛੋਟੀ ਜਿਹੀ ਇੱਕ ਹਿੱਸਾ ਦੇਖਾਂਗੇ। 39 ਆਇਤ, ਮੇਰੇ ਨਾਲ 23ਵੇਂ ਭਾਵ ਦੀ 39 ਆਇਤ ਦੇ ਉੱਤੇ ਆ ਜਾਓ। ਪ੍ਰਭੂ ਯਿਸੂ ਮਸੀਹ ਦੇ ਅਸੀਂ ਸਲੀਬ ਤੇ ਹਮੇਸ਼ਾ ਆਲੇ ਦੁਆਲੇ ਦੋ ਕੈਦੀ ਲਟਕੇ ਦੇਖਦੇ ਹਾਂ। ਇੱਕ ਅਪਰਾਧੀ ਜੋ ਸਲੀਬ ਦੇ ਉੱਤੇ ਸੀ, ਯਿਸੂ ਦੀ ਨਿੰਦਾ ਕਰਦਾ ਹੋਇਆ ਕਹਿਣ ਲੱਗਾ ਕਿ ਤੂੰ ਮਸੀਹ ਨਹੀਂ ਹੈ, ਆਪਣੇ ਆਪ ਨੂੰ ਵੀ ਬਚਾ ਅਤੇ ਸਾਨੂੰ ਵੀ। ਪਰ ਦੂਜੇ ਅਪਰਾਧੀ ਨੇ ਪਹਿਲੇ ਨੂੰ ਝਿੜਕਦਿਆਂ ਹੋਇਆਂ ਆਖਿਆ ਕਿ ਤੂੰ ਪਰਮੇਸ਼ਰ ਤੋਂ ਨਹੀਂ ਡਰਦਾ, ਤੈਨੂੰ ਵੀ ਤਾਂ ਉਹੀ ਸਜ਼ਾ ਮਿਲ ਰਹੀ ਹੈ। ਅਸੀਂ ਤਾਂ ਆਪਣੇ ਕੀਤੇ ਦਾ ਫਲ ਪਾ ਰਹੇ ਹਾਂ, ਪਰ ਇਸ ਆਦਮੀ ਨੇ ਇਸ ਸਜ਼ਾ ਦੇ ਲਾਇਕ ਕੋਈ ਬੁਰਾ ਕੰਮ ਨਹੀਂ ਕੀਤਾ। ਫਿਰ ਉਸਨੇ ਯਿਸੂ ਨੂੰ ਕਿਹਾ, ਯਿਸੂ ਜੀ, ਜਦੋਂ ਤੁਸੀਂ ਆਪਣੇ ਰਾਜ ਦੇ ਵਿੱਚ ਆਓ ਤਾਂ ਮੈਨੂੰ ਯਾਦ ਕਰਨਾ। ਯਿਸੂ ਨੇ ਉਸ ਨੂੰ ਕਿਹਾ, ਮੈਂ ਸੱਚ ਕਹਿੰਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ। ਮੂੰਹ ਚੋਂ ਕੀ ਨਿਕਲੀ ਬਰਕਤ। ਪ੍ਰਭੂ ਯਿਸੂ ਮਸੀਹ ਨੂੰ ਫੜਵਾਇਆ ਗਿਆ। ਉਸਦੇ ਆਪਣੇ ਚੇਲੇ ਨੇ, ਜਿਸ ਨੇ ਨਾਲ ਬੁਰਕੀ ਤੋੜ ਕੇ ਖਾਧੀ ਸੀ, ਉਸਨੇ ਫੜਵਾਇਆ। ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਕੁਛ ਨਹੀਂ ਕਿਹਾ, ਉਹ ਚੱਲਿਆ। ਉਸ ਤੋਂ ਬਾਅਦ ਦੂਸਰੇ ਚੇਲੇ ਨੇ 3 ਵਾਰੀ ਇਨਕਾਰ ਕੀਤਾ। ਪ੍ਰਭੂ ਯਿਸੂ ਮਸੀਹ ਨੇ, ਉਹ ਵੀ ਚੱਲਿਆ। ਫਿਰ ਉਹਨਾਂ ਨੂੰ ਝੂਠੇ ਸੱਚੇ ਇਲਜ਼ਾਮ ਲਾਏ ਗਏ, ਉਹਨਾਂ ਦੇ ਮਾਰਿਆ ਗਿਆ। ਹੱਸਦੇ ਪਏ ਆ, ਕੋਈ ਕੱਪੜਾ ਮਾਰਦਾ ਪਿਆ, ਤੈਨੂੰ ਕਿਹਨੇ ਮਾਰਿਆ, ਉਹ ਵੀ ਚੱਲਿਆ। ਹਰ ਤਰ੍ਹਾਂ ਦਾ ਅਪਸ਼ਬਦ ਬੋਲਦੇ ਪਏ ਆ, ਉਹ ਵੀ ਚੱਲਿਆ। ਰਾਜਿਆਂ ਦੇ ਸਾਹਮਣੇ ਪਰੇਡ ਕਰਾਉਂਦੇ ਪਏ ਆ, ਉੱਥੇ ਦੇ ਰਾਜਪਾਲ ਦੇ ਸਾਹਮਣੇ ਪਰੇਡ ਕਰਾਈ। ਫਿਰ ਰਾਜੇ ਦੇ ਕੋਲ ਲੈ ਕੇ ਗਏ। ਅੰਤ ਆਪਣਾ ਉਹਨਾਂ ਨੇ ਪਾ ਲਿਆ, ਜੋ ਕਰਨਾ ਸੀ ਕਰ ਲਿਆ, ਉਹ ਵੀ ਚੱਲਿਆ। 40 ਕੋਰੜੇ ਮਾਰੇ ਗਏ, ਉਹ ਵੀ ਚੱਲ। ਇੱਕ ਕੈਦੀ ਜਿਹੜਾ ਠੱਠੇ ਕਰਦਾ ਪਿਆ, ਉਹ ਵੀ ਚੱਲਿਆ। ਇੱਕ ਨੇ ਕਿਹਾ, ਜਦ ਤੂੰ ਆਏ, ਜਦ ਤੂੰ ਆਪਣੀ ਮਹਿਮਾ ਚ ਆਏ, ਮੈਨੂੰ ਯਾਦ ਕਰਨਾ। ਲੇਕਿਨ ਬਰਕਤ ਅੰਦਰੋਂ ਨਹੀਂ ਗਈ। See that?
ਉਹਨਾਂ ਦੇ ਅੰਦਰੋਂ ਜਿਹੜੀ ਪ੍ਰਭੂ ਯਿਸੂ ਦੇ ਅੰਦਰੋਂ ਬਰਕਤ ਨਹੀਂ ਗਈ। ਔਰ ਉਸ ਸਮੇਂ ਦੇ ਵਿੱਚ ਵੀ ਉਸ ਨੂੰ ਬਰਕਤ ਦੇ ਰਹੇ ਆ, ਤੂੰ ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ ਹੋਏਗਾ, ਤੂੰ ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ। ਉਸੇ ਯਿਸੂ ਦਾ ਆਤਮਾ ਸਾਡੇ ਅੰਦਰ ਵਾਸ ਕਰਦਾ। ਇਸ ਕਰਕੇ ਸਾਨੂੰ ਮਸੀਹੀ ਕਿਹਾ ਜਾਂਦਾ। ਸਾਨੂੰ ਮਸੀਹੀ ਇਸ ਕਰਕੇ ਨਹੀਂ ਕਿਹਾ ਜਾਂਦਾ ਕਿ ਧਰਮ ਬਦਲ ਲਿਆ। ਸਾਨੂੰ ਮਸੀਹੀ ਇਸ ਕਰਕੇ ਕਿਹਾ ਜਾਂਦਾ ਕਿ ਉਸੇ ਹੀ ਯਿਸੂ ਦਾ ਆਤਮਾ ਸਾਡੇ ਅੰਦਰ ਵਾਸ ਕਰਦਾ। ਔਰ ਉਹੀ ਇੱਕ ਸਮਾਂ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਜਿਸ ਵੇਲੇ ਅਸੀਂ ਇਹਨਾਂ ਕਦਮਾਂ ਦੇ ਵਿੱਚ, ਔਰ ਅਸੀਂ ਇਹਨਾਂ ਕਦਮਾਂ ਦੇ ਵਿੱਚ ਦੀ ਗੁਜ਼ਰਦੇ ਨਹੀਂ ਪਏ, ਲੇਕਿਨ ਜਦੋਂ ਵੀ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਦੀ ਗੁਜ਼ਰਦੇ ਹਾਂ ਅਤੇ ਸਹਿਨ ਸ਼ਕਤੀ ਜਿਹੜੀ ਸਾਡੀ ਆ ਉਹ ਸਾਡੇ ਪ੍ਰਭੂ ਤੋਂ ਆਉਂਦੀ ਹੈ, ਜਿਸ ਨੇ ਇਹਨਾਂ ਸਮਿਆਂ ਦੇ ਵਿੱਚ ਸਿਆ। ਜੋ ਦਾਊਦ ਜਿਨ੍ਹਾਂ ਨੂੰ ਕਹਿ ਰਿਹਾ ਕਿ ਮੈਂ ਆਪਣਾ ਭਰੋਸਾ, ਮੈਂ ਸਬਰ ਦੇ ਨਾਲ ਆਪਣੇ ਪ੍ਰਭੂ ਦਾ ਇੰਤਜ਼ਾਰ ਕਰਦਾ, ਮੈਂ ਸਬਰ ਦੇ ਨਾਲ ਉਸ ਦਾ ਇੰਤਜ਼ਾਰ ਕਰਦਾ। ਕਿਸ ਵੇਲੇ? ਜਿਸ ਵੇਲੇ ਉਹ ਮੇਰੇ 'ਤੇ ਤੰਜਾਂ ਕੱਸਦੇ ਪਿਆ, ਜਿਸ ਲਈ ਮੇਰਾ ਆਪਣਾ ਪਾਪ ਮੈਨੂੰ ਪਾਗਲ ਕਰਦਾ ਪਿਆ, ਜਿਸ ਲਈ ਮੇਰਾ ਪਾਪ ਮੈਨੂੰ ਮੇਰੀ ਹਰ ਚੀਜ਼, ਮੇਰਾ ਹਰ ਜਿਹੜਾ ਕਰਮ ਆ ਉਹ ਕੋਈ ਕਰਮ ਹੀ ਲੱਗਦਾ ਪਿਆ, ਔਰ ਮੇਰੀ ਹਰ ਚੀਜ਼, ਮੈਂ ਪਾਗਲ ਹੋ ਉੱਠਿਆ। ਉਸ ਵੇਲੇ ਮੈਂ ਸਬਰ ਦੇ ਨਾਲ ਆਪਣੇ ਪ੍ਰਭੂ ਦੀ ਉਡੀਕ ਕਰਦਾ। ਜਿਸ ਲਈ ਮੇਰੇ ਗੁਆਂਢੀ, ਜਿਸ ਵੇਲੇ ਮੇਰੇ ਮਿੱਤਰ, ਮੇਰੇ ਜਿਹੜੇ ਕਹਿੰਦੇ ਆ ਕਿ ਅਸੀਂ ਤੇਰੇ ਮਿੱਤਰ ਹਾਂ, ਜਿਸ ਵੇਲੇ ਉਹ ਮੇਰੇ 'ਤੇ ਉਂਗਲਾਂ ਕੱਸਦੇ, ਜਿਸ ਵੇਲੇ ਉਹ ਮੇਰੇ 'ਤੇ ਤੰਜਾਂ ਕੱਸਦੇ ਆ, ਮੈਂ ਸਬਰ ਦੇ ਨਾਲ ਆਪਣੇ ਪ੍ਰਭੂ ਦੀ ਉਡੀਕ ਕਰਦਾ। ਮੈਂ ਸਬਰ ਦੇ ਨਾਲ ਆਪਣੇ ਪ੍ਰਭੂ ਦੀ ਉਡੀਕ ਕਰਦਾ। ਸਬਰ ਪ੍ਰਭੂ ਤੋਂ ਆਉਂਦਾ, ਉਹ ਸਾਡਾ ਆਪਣਾ ਨਹੀਂ, ਸਾਡਾ ਆਪਣਾ ਨਹੀਂ। ਭਲਾ ਇੱਕੋ ਹੀ ਆ, ਉਹ ਪ੍ਰਭੂ ਆਪ। God is good। ਪ੍ਰਭੂ ਹੀ ਭਲਾ ਆ। ਸੋ ਭਲਾਈ ਉਸ ਦੇ ਵਿੱਚੋਂ ਹੀ ਆਉਂਦੀ ਆ, ਔਰ ਉਸ ਦੀ ਭਲਾਈ ਦੇ ਵਿੱਚੋਂ ਲੈ ਕੇ ਭਲਾਈ ਦਿੰਦੇ ਆ। ਜਿਸ ਤਰ੍ਹਾਂ ਉਹ ਜਿਹੜਾ ਸੱਜੇ ਪਾਸੇ ਪ੍ਰਭੂ ਦੇ ਲਟਕਿਆ ਸੀ, ਜਿਸ ਨੇ ਕਿਹਾ ਸੀ ਯਿਸੂ ਜਦ ਤੂੰ ਆਪਣੀ ਮਹਿਮਾ 'ਚ ਆਏ ਤਾਂ ਮੈਨੂੰ ਯਾਦ ਰੱਖਣਾ। ਪ੍ਰਭੂ ਨੇ ਉਸਨੂੰ ਕਿਹਾ ਤੂੰ ਅੱਜ ਹੀ ਮੇਰੇ ਨਾਲ ਫਿਰਦੌਸ ਦੇ ਵਿੱਚ ਹੋਏਗਾ, ਤੂੰ ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ ਹੋਏਗਾ। ਇਸੇ ਤਰ੍ਹਾਂ ਜਿਸ ਵੇਲੇ ਜਿੰਨੀ ਦੇਰ ਤੱਕ ਅਸੀਂ ਜਿਸ ਵੇਲੇ ਫਲ ਲੈਂਦੇ ਨਾ ਉਹਦਾ ਰਸ ਸਾਨੂੰ ਜ਼ਰੂਰਤ ਪੈਂਦੀ ਆ, ਅਤੇ ਅਸੀਂ ਉਹਦੇ ਰਸ ਨੂੰ ਜਿਸ ਵੇਲੇ ਨਿਚੋੜਦੇ ਹਾਂ ਤਾਂ ਉਸ ਨੂੰ ਨਿਚੜਨਾ ਪੈਂਦਾ, ਔਰ ਉਹ 'ਚੋਂ ਮਿਠਾਸ ਨਿਕਲਦੀ ਆ, ਉਹ 'ਚੋਂ ਮਿਠਾਸ ਨਿਕਲਦੀ ਆ। ਸੇਮ ਚੀਜ਼ ਜਿਸ ਲਈ ਉਹ ਭਾਰਾ ਸਮਾਂ ਆਏ, ਉਸ ਭਾਰੇ ਸਮੇਂ ਦੇ ਵਿੱਚ ਅਸੀਂ ਸਕਵੀਜ਼ ਹੋ ਰਹੇ ਹਾਂ, ਸਾਨੂੰ ਕੱਸਿਆ ਜਾ ਰਿਹਾ, ਅਤੇ ਪ੍ਰਭੂ ਨੂੰ ਯਾਦ ਰੱਖੋ, ਪ੍ਰਭੂ ਨੂੰ ਯਾਦ ਕਰੋ। ਪਰ ਜਿਹੜੀ ਅੰਦਰੋਂ ਆ ਉਹ ਹਮੇਸ਼ਾ ਦੂਜੇ ਲਈ ਅਸੀਸ ਨਿਕਲੇ, ਬਰਕਤ ਨਿਕਲੇ, ਕਿਉਂਕਿ ਅਸੀਂ ਬਰਕਤ ਦੂਜੇ ਨੂੰ ਨਹੀਂ ਦੇ ਰਹੇ ਹੁੰਦੇ, ਆਪਣੀ ਜ਼ਿੰਦਗੀ ਦੇ ਵਿੱਚ ਬਰਕਤ ਦੇ ਲਈ ਜਗ੍ਹਾ ਬਣਾ ਰਹੇ, ਜਗ੍ਹਾ ਬਣਾ